ਦੇ ਇੱਕ ਖੇਤਰ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਸੰਬੰਧੀ ਦੁਹਰਮ ਰੀਜਨਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ 4:30 ਦੇ ਕਰੀਬ ਕਿੰਗਸਟਨ ਅਤੇ ਵੈਸਟਨੀ ਰੋਡਸ ਦੇ ਨੇੜੇ ਗੋਲੀਬਾਰੀ ਹੋਈ ਹੈ। ਪੁਲਿਸ ਨੇ ਕਿਹਾ ਕਿ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਉਮਰ 33 ਸਾਲ ਦੇ ਕਰੀਬ ਦੱਸੀ ਗਈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਜ਼ਖਮੀ ਹਾਲਤ ਦੇ ਵਿੱਚ ਵਿਅਕਤੀ ਨੂੰ ਟੋਰਾਂਟੋ ਦੇ ਟਰਾਮਾ ਸੈਂਟਰ ਦੇ ਵਿੱਚ ਲੈ ਕੇ ਜਾਇਆ ਗਿਆ ਸੀ, ਪਰ ਇੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਵਿਅਕਤੀ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਹੁਣ ਇਸ ਮਾਮਲੇ ਦੀ ਜਾਂਚ ਹੋਮਿਸਾਈਡ ਇਨਵੈਸਟੀਗੇਟਰਸ ਦੇ ਵੱਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਬਾਰੇ ਕਾਂਸਟੇਬਲ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਨਾਲ ਜੁੜੇ ਹੋਏ ਸਸਪੈਕਟ ਦੀ ਅਜੇ ਉਹਨਾਂ ਦੇ ਕੋਲ ਡਿਸਕ੍ਰਿਪਸ਼ਨ ਨਹੀਂ ਹੈ। ਇਸ ਬਾਰੇ ਦੁਹਰਮ ਰੀਜਨਲ ਪੁਲਿਸ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਦੁਹਰਮ ਪੁਲਿਸ ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਟੂਰਿਜ਼ਮ ਸੈਕਟਰ ਦੇ ਵੱਲੋਂ ਕੈਨੇਡਾ ਸਰਕਾਰ ਨੂੰ ਇੱਕ ਅਪੀਲ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਟੂਰਿਜ਼ਮ ਵਿਭਾਗ ਦਾ ਕਹਿਣਾ ਹੈ ਕਿ ਜੋ ਕੈਨੇਡਾ ਵੱਲੋਂ PCR ਟੈਸਟ ਰਿਕੁਆਇਰਮੈਂਟ ਰੱਖੀ ਗਈ ਹੈ, ਉਸ ਨੂੰ ਵਾਪਸ ਲਿਆ ਜਾਵੇ। ਇਹ ਮੰਗ ਫੁੱਲੀ ਵੈਕਸੀਨੇਟਡ ਕੈਨੇਡੀਅਨਸ ਦੇ ਵਾਸਤੇ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕੀਤੇ, ਉਨ੍ਹਾਂ ਵਾਸਤੇ PCR ਟੈਸਟ ਰਿਕੁਆਇਰਮੈਂਟ ਨੂੰ ਡ੍ਰੌਪ ਕੀਤਾ ਜਾਵੇ। ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਦਾ ਕਹਿਣਾ ਹੈ ਕਿ ਜਦੋਂ ਇੱਕ ਪਰਿਵਾਰ ਵਾਪਸ ਕੈਨੇਡਾ ਆਉਂਦਾ ਹੈ ਤਾਂ ਉਨ੍ਹਾਂ ਨੂੰ PCR ਟੈਸਟ ਦੇ ਉੱਪਰ ਕਾਫੀ ਖਰਚਾ ਕਰਨਾ ਪੈਂਦਾ ਹੈ। ਜੇਕਰ ਪਰਿਵਾਰ ਇਹ ਟੈਸਟ ਕਰਵਾਉਂਦਾ ਹੈ ਤਾਂ ਉਨ੍ਹਾਂ ਨੂੰ $800 ਜਾਂ ਫਿਰ $1000 ਤੱਕ ਦਾ ਖਰਚਾ ਆ ਜਾਂਦਾ ਹੈ। ਕਈ ਯਾਤਰੀਆਂ ਵੱਲੋਂ ਵੀ ਸਮੇਂ-ਸਮੇਂ ਦੇ ਉੱਪਰ ਇਹ ਗੱਲ ਚੁੱਕੀ ਜਾ ਰਹੀ ਹੈ ਕਿ PCR ਟੈਸਟ ਕਾਫੀ ਮਹਿੰਗਾ ਹੈ। ਇਸ ਕਰਕੇ ਕੈਨੇਡਾ ਸਰਕਾਰ ਨੂੰ ਫੁੱਲੀ ਵੈਕਸੀਨੇਟਡ ਕੈਨੇਡੀਅਨਸ ਨੂੰ ਰਾਹਤ ਦੇਣੀ ਚਾਹੀਦੀ ਹੈ। ਡੈਸਟੀਨੇਸ਼ਨ ਵੈਨਕੂਵਰ ਦਾ ਕਹਿਣਾ ਹੈ ਕਿ ਜੋ ਕੋਈ ਵੈਨਕੂਵਰ ਦੇ ਵਿੱਚ ਆਉਂਦਾ ਹੈ, ਜੇਕਰ ਉਸ ਨੂੰ PCR ਟੈਸਟ ਕਰਵਾਉਣਾ ਪਵੇ ਤਾਂ ਉਸ ਨੂੰ ਇਹ ਕਾਫੀ ਮਹਿੰਗਾ ਪੈਂਦਾ ਹੈ, ਜਿਸ ਦਾ ਮਤਲਬ ਹੈ ਕਿ ਕਿਸੇ ਵੀ ਯਾਤਰੀ ਨੂੰ ਵੈਨਕੂਵਰ ਦੇ ਵਿੱਚ ਘੁੰਮਣਾ ਆਉਣਾ ਮਹਿੰਗਾ ਪੈ ਜਾਂਦਾ ਹੈ। ਦੱਸੀਏ ਕਿ ਪਿਛਲੇ ਦਿਨੀ ਮਾਹਰਾਂ ਦੇ ਵੱਲੋਂ ਵੀ ਇਹ ਗੱਲ ਚੁੱਕੀ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ PCR ਟੈਸਟ ਡ੍ਰੌਪ ਕਰਨਾ ਚਾਹੀਦਾ ਹੈ। ਸਰਕਾਰ ਨੂੰ ਇਸ ਸੰਬੰਧੀ ਦੁਬਾਰਾ ਤੋਂ ਵਿਚਾਰ ਕਰਨੀ ਚਾਹੀਦੀ ਹੈ। ਜਿਵੇਂ ਬਾਕੀ ਦੇਸ਼ ਇਸ ਸਮੇਂ ਰੈਪਿਡ ਟੈਸਟ ਨੂੰ ਮਾਨਤਾ ਦੇ ਰਹੇ ਨੇ, ਉਸੇ ਤਰ੍ਹਾਂ ਕੈਨੇਡਾ ਵੀ ਇਸ ਤਰ੍ਹਾਂ ਦਾ ਕਦਮ ਚੁੱਕ ਸਕਦਾ ਹੈ, ਤਾਂ ਕਿ ਜਿਹੜੇ ਫੁੱਲੀ ਵੈਕਸੀਨੇਟਡ ਯਾਤਰੀ ਜਾਂ ਫਿਰ ਕੈਨੇਡੀਅਨਸ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ, ਉਹ ਰੈਪਿਡ ਟੈਸਟ ਕਰਵਾ ਕੇ ਆ ਸਕਣ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਪਹਿਲਾਂ ਤਾਂ ਕਾਫੀ ਸਖਤੀ ਦੇ ਨਾਲ ਪਾਬੰਦੀਆਂ ਲਗਾਈਆਂ ਗਈਆਂ ਸਨ, ਪਰ ਹੌਲੀ-ਹੌਲੀ ਕੁਝ ਸ਼ਰਤਾਂ ਦੇ ਨਾਲ ਇਹਨਾਂ ਪਾਬੰਦੀਆਂ ਤੋਂ ਰਾਹਤ ਦੇ ਦਿੱਤੀ ਗਈ ਹੈ। ਹੁਣ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਯਾਤਰਾ ਖੁੱਲ੍ਹ ਚੁੱਕੀ ਹੈ, ਜਿਸ ਤੋਂ ਬਾਅਦ ਕੈਨੇਡਾ ਵੱਲੋਂ ਜਦੋਂ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ ਤਾਂ ਉਦੋਂ ਵੀ ਉਹਨਾਂ ਨੇ ਟੈਸਟ ਰਿਕੁਆਇਰਮੈਂਟ ਰੱਖੀ, ਜੋ ਕਿ PCR ਟੈਸਟ ਦੀ ਰਿਕੁਆਇਰਮੈਂਟ ਹੈ। ਹੁਣ PCR ਟੈਸਟ ਦੇ ਉੱਪਰ ਆਉਣ ਵਾਲਾ ਖਰਚਾ ਯਾਤਰੀਆਂ ਦੀ ਜੇਬ ਦੇ ਉੱਪਰ ਹੋਰ ਵੀ ਬੋਝ ਪਾ ਦਿੰਦਾ ਹੈ, ਜਿਸ ਕਰਕੇ ਯਾਤਰੀ ਵੀ ਇਹ ਮੰਗ ਕਰ ਰਹੇ ਹਨ ਕਿ ਕੈਨੇਡਾ ਸਰਕਾਰ ਨੂੰ ਇਸ ਦੇ ਉੱਪਰ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਤੇ ਫੁੱਲੀ ਵੈਕਸੀਨੇਟਡ ਕੈਨੇਡੀਅਨਸ ਨੂੰ ਰਾਹਤ ਦੇਣੀ ਚਾਹੀਦੀ ਹੈ। ਕੈਨੇਡਾ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਹੋਣ ਲੱਗੇ ਨੇ, ਪਰ ਇਸ ਦੇ ਉੱਪਰ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਦੌਰਾਨ ਵੀ ਹੈਲਥ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਇਸ ਸਮੇਂ ਕੈਨੇਡਾ ਸਹੀ ਦਿਸ਼ਾ ਦੇ ਵਿੱਚ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਬੁੱਧਵਾਰ ਨੂੰ 2576 ਕੋਰੋਨਾ ਦੇ ਮਾਮਲੇ ਅਤੇ 33 ਮੌਤਾਂ ਇਸ ਵਾਇਰਸ ਦੇ ਕਾਰਨ ਦਰਜ ਕੀਤੀਆਂ ਗਈਆਂ ਸਨ। ਪਹਿਲਾਂ ਦੇ ਮੁਕਾਬਲੇ ਇਹ ਵਾਧਾ 7% ਦਾ ਸੀ। ਇਸ ਦੀ ਜਾਣਕਾਰੀ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥੇਰੇਸਾ ਟੇਮ ਵੱਲੋਂ ਦਿੱਤੀ ਗਈ ਹੈ। ਡਾਕਟਰ ਟੇਮ ਦਾ ਕਹਿਣਾ ਹੈ ਕਿ ਚਾਹੇ ਕੇਸਿਸ ਦੇ ਵਿੱਚ ਵਾਧਾ ਦਰਜ ਕੀਤਾ ਗਿਆ, ਪਰ ਦੂਜੇ ਪਾਸੇ ਹਸਪਤਾਲ ਅਤੇ ICU ਦੇ ਵਿੱਚ ਅਜੇ ਵੀ ਨੰਬਰ ਹੇਠਾਂ ਜਾ ਰਹੇ ਨੇ, ਜਿਸ ਦਾ ਮਤਲਬ ਹੈ ਕਿ ਹਸਪਤਾਲ ਦੇ ਵਿੱਚ ਜੋ ਮਰੀਜ਼ ਭਰਤੀ ਨੇ ਉਹਨਾਂ ਦੀ ਗਿਣਤੀ ਘਟਦੀ ਹੋਈ ਦਿਖਾਈ ਦੇ ਰਹੀ ਹੈ। ਦੱਸੀਏ ਕਿ ਓਨਟਾਰੀਓ ਵੱਲੋਂ ਆਪਣੀ ਰੀਓਪਨਿੰਗ ਪਲਾਨ ਦੇ ਸਟੈਪ ਦੇ ਉੱਪਰ ਕੁਝ ਸਮੇਂ ਦੇ ਲਈ ਪੌਜ਼ ਲਗਾ ਦਿੱਤੀ ਗਈ ਹੈ, ਕਿਉਂਕਿ ਪ੍ਰੋਵਿੰਸ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਵੱਧ ਹੋਣ ਲੱਗੇ ਨੇ। ਇਸ ਦੌਰਾਨ ਓਨਟਾਰੀਓ ਵੱਲੋਂ ਮੌਜੂਦਾ ਸਥਿਤੀ ਨੂੰ ਦੇਖਦਿਆਂ ਰੀਓਪਨਿੰਗ ਪਲਾਨ ਦੇ ਅਗਲੇ ਪੜਾਅ ਦੇ ਉੱਪਰ 28 ਦਿਨਾਂ ਦੀ ਰੋਕ ਲਗਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕੈਨੇਡਾ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਲਗਵਾ ਲਈ ਗਈ ਹੈ। ਇਸ ਦੇ ਕਾਰਨ ਹੈਲਥ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਆਬਾਦੀ ਨੂੰ ਕੋਵਿਡ-19 ਟੀਕਾ ਲੱਗ ਚੁੱਕਿਆ ਹੈ। ਉਧਰ ਦੂਜੇ ਪਾਸੇ ਪ੍ਰੋਵਿੰਸਸ ਦੇ ਵੱਲੋਂ ਬੂਸਟਰ ਸ਼ਾਟ ਦੇ ਬਾਰੇ ਵੀ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਮੈਨੀਟੋਬਾ ਵੱਲੋਂ ਵੀ ਕਹਿ ਦਿੱਤਾ ਗਿਆ ਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਮੈਨੀਟੋਬਾ ਵਾਸੀ ਬੂਸਟਰ ਸ਼ਾਟ ਦੇ ਵਾਸਤੇ ਐਲੀਜੀਬਲ ਹਨ। ਨਿਊ ਬਰਨਸਵਿਕ ਦੇ ਵਿੱਚ ਸਿਵਲ ਸਰਵੈਂਟਸ ਦੇ ਲਈ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਗਿਆ। ਇਸ ਤੋਂ ਬਾਅਦ ਇੱਕ ਐਡਵੋਕੇਸੀ ਗਰੁੱਪ ਵੱਲੋਂ ਇਸ ਦੇ ਖਿਲਾਫ ਲੀਗਲ ਐਕਸ਼ਨ ਲਿਆ ਗਿਆ ਹੈ। ਇਸ ਗਰੁੱਪ ਦੇ ਵੱਲੋਂ 4 ਗਵਰਨਮੈਂਟ EMPLOYEES ਦੇ ਬਿਹਾਫ ਦੇ ਉੱਪਰ ਕੋਰਟ ਦੇ ਵਿੱਚ ਫਾਈਲਿੰਗ ਕੀਤੀ। ਦੱਸ ਦਈਏ ਕਿ ਨਿਊ ਬਰਨਸਵਿਕ ਦੇ ਵਿੱਚ ਗਵਰਨਮੈਂਟ EMPLOYEES ਦੇ ਵਾਸਤੇ ਜ਼ਰੂਰੀ ਹੈ ਕਿ ਉਹ ਨਵੰਬਰ 19 ਤੋਂ ਪਹਿਲਾਂ ਕੋਵਿਡ-19 ਵੈਕਸੀਨ ਹਾਸਲ ਕਰ ਲੈਣ।
ਇਹ ਵੈਕਸੀਨੇਸ਼ਨ ਦੀ ਨੀਤੀ ਹੈਲਥ ਕੇਅਰ ਵਰਕਰਸ, ਲੌਂਗ ਟਰਮ ਕੇਅਰ ਅਤੇ ਐਜੂਕੇਸ਼ਨ ਦੇ ਉੱਪਰ ਵੀ ਲਾਗੂ ਹੁੰਦੀ ਹੈ। ਹੁਣ ਗਵਰਨਮੈਂਟ EMPLOYEES ਅਤੇ ਹੈਲਥ ਕੇਅਰ ਵਰਕਰਸ ਦੇ ਲਈ ਜ਼ਰੂਰੀ ਹੈ ਕਿ ਉਹ ਪ੍ਰੂਫ ਆਫ ਵੈਕਸੀਨੇਸ਼ਨ ਦੇ ਜਾਂ ਫਿਰ ਉਹਨਾਂ ਨੂੰ ਅਨਪੇਡ ਲੀਵ ਦਾ ਸਾਹਮਣਾ ਕਰਨਾ ਪਵੇਗਾ। ਹੁਣ ਵੈਕਸੀਨੇਸ਼ਨ ਦੀ ਇਸ ਨੀਤੀ ਦੇ ਖਿਲਾਫ ਐਡਵੋਕੇਸੀ ਗਰੁੱਪ ਨਜ਼ਰ ਆ ਰਿਹਾ ਹੈ, ਜਿਨ੍ਹਾਂ ਵੱਲੋਂ ਇਸ ਨੂੰ ਅਨਕਨਸਟੀਟਿਊਸ਼ਨਲ ਦੱਸਿਆ ਗਿਆ। ਜਿਨ੍ਹਾਂ 4 ਐਪਲੀਕੈਂਟਸ ਦੇ ਵੱਲੋਂ ਇਹ ਫਾਈਲਿੰਗ ਕਰਵਾਈ ਗਈ, ਉਹਨਾਂ ਵਿੱਚ 2 ਅਧਿਆਪਕ ਅਤੇ 2 ਹੌਰੀਜ਼ੌਂਟਲ ਹੈਲਥ EMPLOYEES ਸ਼ਾਮਲ ਹਨ। ਐਪਲੀਕੈਂਟਸ ਦੇ ਵੱਲੋਂ ਕਲੇਮ ਕੀਤਾ ਗਿਆ ਕਿ ਵੈਕਸੀਨੇਸ਼ਨ ਦੀ ਇਹ ਨੀਤੀ ਉਹਨਾਂ ਦੇ ਲਿਬਰਟੀ, ਸਿਕਿਉਰਿਟੀ ਆਫ ਪਰਸਨ, ਪਰਸਨਲ ਹੈਲਥ ਚੁਆਇਸਿਸ ਇਸ ਤਰ੍ਹਾਂ ਦੇ ਰਾਈਟਸ ਦਾ ਉਲੰਘਣ ਕਰਦੀ ਹੈ। ਫਿਲਹਾਲ ਇਸ ਮਾਮਲੇ ਸੰਬੰਧੀ ਕੋਰਟ ਦੇ ਵੱਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਦੱਸ ਦਈਏ ਕਿ ਕੈਨੇਡਾ ਦੇ ਕਈ ਪ੍ਰੋਵਿੰਸਸ ਅਜਿਹੇ ਹਨ ਜਿੱਥੇ ਵੈਕਸੀਨੇਸ਼ਨ ਨੂੰ ਲਾਜ਼ਮੀ ਕੀਤਾ ਗਿਆ। ਕਈ ਆਰਗੇਨਾਈਜੇਸ਼ਨਸ ਦੇ ਵੱਲੋਂ ਟੀਕੇ ਦੇ ਨਾਲ ਸੰਬੰਧਿਤ ਇਸ ਤਰ੍ਹਾਂ ਦੇ ਕਦਮ ਚੁੱਕੇ ਗਏ ਨੇ। ਇਸ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਕੰਮ ਕਰਨ ਵਾਲਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ, ਪਰ ਦੂਜੇ ਪਾਸੇ ਕਈ ਜਾਣੇ ਇਸ ਦੇ ਖਿਲਾਫ ਵੀ ਨਜ਼ਰ ਆ ਰਹੇ ਨੇ। ਪਰ ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਹੁਣ ਜ਼ਿਆਦਾਤਰ ਕਰਮਚਾਰੀਆਂ ਦੇ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਜਾ ਚੁੱਕੀ ਹੈ।